ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਧਰਮ ਦੇ ਸੰਸਕਾਰ ਇਨਸਾਨ ਦੇ ਅੰਦਰ ਦੇਵੀ ਗੁਣਾਂ ਨੂੰ ਭਰਪੂਰ ਰੱਖਦੇ ਆ। ਅਗਰ ਅਸੀਂ ਧਰਮ ਨੂੰ ਛੱਡ ਕੇ ਆਪਣੀ ਅਕਲ ਜਾਂ ਦੁਨੀਆ ਦੇ ਚਮਕ ਦਮਕ ਨੂੰ ਦੇਖਦੇ ਹੋਏ ਆਪਣੀ ਅਕਲ ਦੇ ਜਿਹੜੇ ਫੈਸਲੇ ਉਹ ਧਰਮ ਨਾਲੋਂ ਉੱਚੇ ਸਮਝਣ ਲੱਗ ਪਈਏ ਤਾਂ ਫਿਰ ਸਾਨੂੰ ਸਮਝ ਲੈਣਾ ਚਾਹੀਦਾ ਹੈਗਾ ਕਿ ਸਾਡੀ ਜਿਹੜੀ ਹੈ ਨਾ ਗਿਰਾਵਟ ਹੈਗੀ ਆ ਆਪਣੀ ਜ਼ਿੰਦਗੀ ਦੇ ਅੰਦਰ, ਉਹ ਦਿਨੋਂ ਦਿਨ ਨੀਵੇਂ ਪੱਧਰ 'ਤੇ ਜਾ ਰਹੀ ਆ। ਇਨਸਾਨ ਫਿਰ ਆਪਣੀ ਅਸਲੀਅਤ ਨੂੰ ਛੱਡ ਕੇ ਜਦੋਂ ਫਿਰ ਉਲਟ ਤੁਰਦਾ ਹੈਗਾ ਨਾ, ਫਿਰ ਭਾਈ ਸੁੱਖਾਂ ਨੂੰ ਛੱਡ ਕੇ ਦੁੱਖਾਂ ਨੂੰ ਹੀ ਪਕੜਦਾ ਹੈਗਾ। ਫਿਰ ਉਹਦੀ ਜ਼ਿੰਦਗੀ ਵਿੱਚ ਦੁੱਖ, ਕਲੇਸ਼ ਅਤੇ ਦਲਿੱਦਰ ਇਹ ਸੁੱਤੇ ਸਿੱਧੀ ਆ ਜਾਂਦੇ ਆ। ਪਰ ਜਿਹੜੇ ਇਨਸਾਨ ਧਰਮ ਨੂੰ ਪਹਿਲ ਦੇ ਆਧਾਰ 'ਤੇ ਰੱਖਦੇ ਹੋਏ, ਧਰਮ ਦਾ ਸਤਿਕਾਰ ਰੱਖਦੇ ਹੋਏ, ਦੇਵੀ ਗੁਣਾਂ ਦੇ ਨਾਲ ਭਰਪੂਰ ਰਹਿੰਦੇ ਆ, ਉਹਨਾਂ ਦੇ ਅੰਦਰ ਨਿਮਰਤਾ ਰਹਿੰਦੀ ਆ, ਪਰਮੇਸ਼ਰ ਦੀ ਯਾਦ ਰਹਿੰਦੀ ਆ। ਅਤੇ ਇਹੋ ਜਿਹੇ ਜਿਹੜੇ ਧਰਮੀ ਪੁਰਸ਼ ਹਨ ਅਸਲ ਦੇ ਵਿੱਚ ਉਹ ਦੁਨੀਆ ਨਾਲੋਂ ਸਭ ਤੋਂ ਜ਼ਿਆਦਾ ਅਮੀਰ ਹੁੰਦੇ ਆ। ਜਿਵੇਂ ਗੁਰਬਾਣੀ ਦਾ ਫਰਮਾਨ ਹੈ ਕਿ ਹੈ ਗਏ ਵਾਹਨ ਸਗਨ ਘਣ ਛਤਰਪਤੀ ਕੀ ਨਾਰ, ਟਾਸ ਪਟੰਤਰ ਨਾ ਪੁੱਜੇ ਹਰ ਜਨ ਕੀ ਪਨਹਾਰ। ਕਿ ਅਗਰ ਕਿਸੇ ਰਾਜੇ ਦੀ ਇਸਤਰੀ ਅਤੇ ਜਿਸ ਰਾਜੇ ਦੇ ਪਾਸ ਹਾਥੀ, ਘੋੜੇ, ਰੱਥਾਂ, ਫੌਜਾਂ, ਭਾਵ ਕਿ ਸੁੱਖਾਂ ਦਾ ਕੋਈ ਅੰਤ ਨਹੀਂ ਹੈ, ਉਹਦੇ ਨਾਲੋਂ ਤਾਂ ਕਹਿੰਦੇ ਵੀ ਹਰੀ ਦੀ ਜਿਹੜੀ ਭਗਤਣੀ ਹੈਗੀ ਆ, ਸੰਤਾਂ ਮਹਾਂਪੁਰਖਾਂ ਦੀ ਸੇਵਾ ਕਰਨ ਵਾਲੀ ਬੀਬੀ, ਉਹ ਸਭ ਤੋਂ ਜ਼ਿਆਦਾ ਸ੍ਰੇਸ਼ਟ ਮੰਨੀ ਗਈ ਆ। ਕਿਉਂ? ਗੁਰਬਾਣੀ ਨੇ ਆਖਿਆ ਹੈ ਕਿ ਨ੍ਰਿਪ ਨਾਰੀ ਕਿਉਂ ਨਿੰਦੀਏ, ਕਿਉਂ ਹਰ ਚੇਰੀ ਕੋ ਮਾਨ, ਉਹ ਮਾਂਗ ਸਵਾਰੇ ਵਿਖੇ ਕੋ ਉਹ ਸਿਮਰੇ ਹਰ ਨਾਮ। ਕਿਉਂਕਿ ਰੱਬ ਦੇ ਨਾਲ ਜੁੜਨ ਦੇ ਨਾਲ ਅੰਦਰ ਨਿਮਰਤਾ ਭਾਵ ਬਣੀ ਰਹਿੰਦੀ ਆ, ਇਨਸਾਨ ਦੀ ਰੂਹ ਪਰਮਾਤਮਾ ਦੇ ਨਾਲ ਭਿੱਜੀ ਰਹਿੰਦੀ ਆ ਅਤੇ ਉਹਦੇ ਪ੍ਰੇਮ ਦੀਆਂ ਕਿਰਨਾਂ ਨੂੰ ਚੱਖਦੀ ਰਹਿੰਦੀ ਹੈ। ਪਰ ਦੂਸਰੀ ਜਿਹੜੀ ਇਸ ਤੋਂ ਸਖੜੀ ਹੁੰਦੀ, ਟੁੱਟੀ ਹੁੰਦੀ, ਕੇਵਲ ਅਤੇ ਕੇਵਲ ਵਿਸ਼ੇ ਵਿਕਾਰਾਂ ਦੇ ਨਾਲ ਸੰਬੰਧਿਤ ਹੁੰਦੀ ਆ, ਉਹ ਪਰਮਾਤਮਾ ਤੋਂ ਕੋਹਾਂ ਦੂਰੀ ਬਣਾ ਲੈਂਦੀ ਆ ਅਤੇ ਫਿਰ ਸਮਾਂ ਪਾ ਕੇ ਨਰਕਾਂ ਦੀ ਭਾਗੀ ਬਣ ਜਾਂਦੀ ਆ। ਇਸ ਕਰਕੇ ਭਾਈ ਜ਼ਰੂਰੀ ਆ ਕਿ ਸਾਨੂੰ ਆਪਣੇ ਬੱਚਿਆਂ ਦੇ ਵਿੱਚ ਸ਼ੁਰੂ ਤੋਂ ਐਸੇ ਸੰਸਕਾਰ ਦੇਣੇ ਚਾਹੀਦੇ ਆ, ਜਿਨ੍ਹਾਂ ਸੰਸਕਾਰਾਂ ਨੂੰ ਧਾਰਨ ਕਰਕੇ ਬੱਚੇ ਆਪਣੇ ਅਧਨਕ ਸੋਚ ਦੇ ਵਿੱਚ ਔਰ ਆਪਣੀ ਜਿਹੜੀ ਅਧਨਕ ਰੂਹਾਨੀਅਤ ਦੀ ਚੜ੍ਹਦੀ ਕਲਾ ਹੈ ਨਾ, ਉਹਦੇ ਵਿੱਚ ਅੱਗੇ ਹੋ ਸਕਣ, ਉਹ ਸੱਚ ਨੂੰ ਸਮਝ ਸਕਣ ਕਿ ਮੈਂ ਇਸ ਸੰਸਾਰ 'ਚ ਕਿਉਂ ਆਇਆ, ਮੇਰਾ ਕਾਰਨ ਕੀ ਹੈਗਾ ਅਤੇ ਮੈਂ ਕਿੱਥੋਂ ਆਇਆ ਅਤੇ ਕਿੱਥੇ ਜਾਣਾ ਹੈ, ਅਤੇ ਮੈਨੂੰ ਵਾਹਿਗੁਰੂ ਨੇ ਕਿਸ ਕਾਰਜ ਵਾਸਤੇ ਸੰਸਾਰ 'ਚ ਭੇਜਿਆ ਹੈ। ਇਹਨਾਂ ਸਾਰੇ ਗੱਲਾਂ ਨੂੰ ਸੁੱਤੇ ਸਿੱਧੀ ਉਹ ਇਨਸਾਨ ਪ੍ਰਾਪਤ ਕਰ ਲੈਂਦਾ ਜਿਹੜਾ ਧਰਮ ਦੇ ਨਾਲ ਜੁੜਦਾ। ਪਰ ਜਿਹੜਾ ਟੁੱਟਦਾ ਹੈਗਾ ਨਾ, ਉਹ ਕੇਵਲ ਅਤੇ ਕੇਵਲ ਜਗ ਦੀ ਪ੍ਰਸਿੱਧੀ ਜਿਹੜੀ ਇੱਕ ਭਰਮ ਭੁਲਾਊ ਭੁਲੇਖਾ ਹੁੰਦੀ ਆ, ਉਸ ਨੂੰ ਪ੍ਰਾਪਤ ਕਰਨ ਵਾਸਤੇ ਜਦੋਂ ਆਪਣੀ ਸੋਚ ਨੂੰ ਅੱਗੇ ਰੱਖਦਾ ਹੈਗਾ, ਸੋ ਇਹੋ ਜਿਹੇ ਇਨਸਾਨ ਜਿਹੜੇ ਆ ਨਾ, ਉਹ ਸਮਾਂ ਪਾ ਕੇ ਸੰਸਾਰੀ ਧੱਕੇ ਸਹਿੰਦੇ ਆ ਅਤੇ ਦੁੱਖਾਂ ਕਲੇਸ਼ਾਂ ਵਿੱਚ ਗਰਕਦੇ ਆ। ਫਿਰ ਸਮਾਂ ਪਾ ਕੇ ਆਪਣੀ ਕਿਸਮਤ ਨੂੰ ਕੋਸਦੇ ਆ, ਪਰ ਫਿਰ ਉਸ ਟਾਈਮ ਸਮਾਂ ਨਿਕਲ ਗਿਆ ਹੁੰਦਾ ਹੈਗਾ, ਕੋਈ ਸਾਂਭਣ ਵਾਲਾ ਨਹੀਂ ਹੁੰਦਾ। ਸੋ ਅੱਜ ਦੱਸ ਇਸੇ ਹੀ ਵਿਸ਼ੇ ਦੇ ਉੱਤੇ ਕਿ ਅਸੀਂ ਆਪਣੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈਗੀ ਉਸ ਨੂੰ ਕਿਵੇਂ ਸੰਭਾਲਣਾ ਹੈ ਇਸ ਧਰਮ ਦੇ ਨਾਲ ਜੋੜਨ ਵਾਸਤੇ, ਇਸ ਦੀ ਇੱਕ ਵਿਚਾਰ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਇੱਕ ਪਰਿਵਾਰ ਦੇ ਮਹਾਂਪੁਰਖ ਦੱਸਦੇ ਸੀ, 2 ਸਕੇ ਭਰਾ ਸੀਗੇ ਅਤੇ 22 ਕਿੱਲੇ ਜ਼ਮੀਨ ਸੀ ਉਹਨਾਂ ਦੀ। ਸੋ ਜਦੋਂ ਦੋਨਾਂ ਭਰਾਵਾਂ ਦੀ ਵੰਡ ਹੋਈ, ਦੋਨਾਂ ਨੂੰ 11-11 ਕਿੱਲੇ ਆਏ ਔਰ ਕੁਦਰਤੀ ਗੱਲ, ਅਗਲੇ ਜਿਹੜੇ 2 ਭਰਾਵਾਂ ਨੂੰ 11-11 ਕਿੱਲੇ ਆਏ, ਉਹਨਾਂ ਦੇ ਗਾਂਹ ਫਿਰ ਇੱਕ ਲੜਕਾ ਹੋਇਆ। ਸੋ ਜਦੋਂ ਇੱਕ ਲੜਕਾ ਹੋਇਆ, ਕੁਦਰਤੀ ਛੋਟਾ ਪਰਿਵਾਰ ਦਾ ਜਿਹੜਾ ਰਿਵਾਜ ਹੈਗਾ ਉਹ ਆਮ ਹੈਗਾ ਕਿ ਜ਼ਮੀਨ ਦੀ ਗਾਂਹ ਵੰਡ ਨਾ ਹੋਵੇ, ਇਸ ਕਰਕੇ 1 ਜਾਂ 2 ਬੱਚੇ ਹੀ ਜਿਹੜੇ ਆ ਉਹ ਘਰਾਂ ਦੇ ਵਿੱਚ ਪ੍ਰਧਾਨ ਮੰਨੇ ਜਾਂਦੇ ਆ। ਪਰ ਇਹ ਜਿਹੜੇ ਸਕੇ ਭਰਾਵਾਂ ਦੇ 2 ਬੱਚੇ ਸੀਗੇ, ਇਹਨਾਂ ਦਾ ਆਪਸ ਵਿੱਚ ਪਹਿਲਾਂ ਪ੍ਰੇਮ ਸੀਗਾ, ਪਰ ਫਿਰ ਜਦੋਂ ਪਰਿਵਾਰ ਜੁਦਾ ਹੋਇਆ, ਜ਼ਮੀਨ ਜੁਦੀ ਹੋਈ, ਪਰ ਫਿਰ ਵੀ ਦੋਨਾਂ ਦੇ ਵਿੱਚ ਬੱਚਿਆਂ ਦੇ ਵਿੱਚ ਥੋੜ੍ਹਾ ਪ੍ਰੇਮ ਬਣਿਆ ਰਿਹਾ। ਇਹ ਬੱਚੇ ਪੜ੍ਹਦੇ ਜ਼ਿਆਦਾ, ਦੋਨੇ ਤਕਰੀਬਨ 9ਵੀਂ 10ਵੀਂ ਜਮਾਤ 'ਚ ਹੋਏ ਅਤੇ ਇੱਕ ਭਰਾ ਦੇ ਬੱਚੇ ਜਿਹੜਾ ਸੀਗਾ, ਇੱਕ ਦਿਨ ਸ੍ਰੀ ਸਾਹਿਬ ਪਾ ਕੇ 5 ਕਕਾਰ ਪਾ ਕੇ ਜਦੋਂ ਆਪਣੇ ਚਾਚੇ ਦੇ ਮੁੰਡੇ ਨੂੰ ਜਦ ਮਿਲਿਆ ਸੀਗਾ, ਤਾਂ ਉਹਦਾ ਚਾਚਾ ਦਾ ਮੁੰਡਾ ਕਹਿਣ ਲੱਗਾ ਕਿ ਤੂੰ ਸ੍ਰੀ ਸਾਹਿਬ ਕਿਉਂ ਪਾਈ ਫਿਰਦਾ ਹੈਗਾ। ਉਹ ਕਹਿੰਦਾ ਵੀ ਇਹ ਜਿਹੜੀ ਸ੍ਰੀ ਸਾਹਿਬ ਹੈਗੀ ਆ, ਮੈਂ ਉੱਦਾਂ ਥੋੜ੍ਹਾ ਪਾਈ ਆ, ਅਸੀਂ ਕੱਲ੍ਹ ਅੰਮ੍ਰਿਤ ਛਕਣ ਜਾਣਾ ਹੈਗਾ, ਇਸ ਕਰਕੇ ਮੈਂ ਪਾਈ ਆ। ਉਹ ਕਹਿੰਦਾ ਕਿ ਤੂੰ ਅੰਮ੍ਰਿਤ ਛਕਣਾ ਹੈਗਾ, ਉਹਦੇ ਚਾਚੇ ਦਾ ਮੁੰਡਾ ਕਹਿੰਦਾ ਤਾਂ ਫਿਰ ਮੈਂ ਵੀ ਅੰਮ੍ਰਿਤ ਛਕੂੰਗਾ। ਗੱਲ ਕੀ ਆ, ਪਹਿਲੇ ਨੇ ਤਾਂ ਛਕਣਾ ਸੀ, ਦੂਸਰਾ ਵੀ ਜਿਹੜਾ ਸੀਗਾ ਉਹਦਾ ਚਚੇਰਾ ਭਰਾ ਤਿਆਰ ਹੋ ਗਿਆ, ਪਰ ਉਹ ਕਹਿੰਦਾ ਪਹਿਲਾਂ ਤਾਂ ਆਪਣੇ ਮਾਂ ਬਾਪ ਨੂੰ ਪੁੱਛ ਲੈ। ਪਰ ਜਦੋਂ ਉਹ ਖੁਸ਼ੀ ਦੇ ਵਿੱਚ ਆਪਣੇ ਬਾਪ ਨੂੰ ਪੁੱਛਣ ਗਿਆ ਕਿ ਕੱਲ੍ਹ ਆਪਣੇ ਤਾਏ ਦੇ ਲੜਕੇ ਨੇ ਅੰਮ੍ਰਿਤ ਛਕਣਾ ਹੈਗਾ ਅਤੇ ਮੈਂ ਵੀ ਛਕ ਲਵਾਂ,
ਪਰ ਉਹਦਾ ਬਾਪੂ ਜਿਹੜਾ ਸੀਗਾ, ਕਿਉਂਕਿ ਉਹਦੇ ਉੱਤੇ ਮਾਇਆ ਸਵਾਰ ਸੀਗੀ, ਮਾਇਆ ਦਾ ਭੂਤ ਸੀਗਾ ਅਤੇ ਮਾਇਆਧਾਰੀ ਅਤੇ ਅੰਨਾ ਬੋਲਾ ਵਾਲਾ ਸੁਭਾਅ ਦਾ ਬਣਿਆ ਸੀਗਾ। ਉਹ ਆਪਣੇ ਪੁੱਤਰ ਨੂੰ ਕਹਿਣ ਲੱਗਾ ਕਿ ਉਹਨਾਂ ਨੇ ਤਾਂ ਬਾਬੇ ਬਣਨਾ ਹੈਗਾ, ਅਸੀਂ ਬਾਬੇ ਥੋੜ੍ਹਾ ਬਣਨਾ ਹੈਗਾ, ਮੈਂ ਤਾਂ ਤੈਨੂੰ ਕੁਛ ਹੋਰ ਬਣਾਉਣਾ ਚਾਹੁੰਦਾ, ਭਾਵ ਦੁਨੀਆ ਦੀ ਨਜ਼ਰ 'ਚ ਤੈਨੂੰ ਉੱਚਾ ਵਿਅਕਤੀ ਬਣਾਉਣਾ ਚਾਹੁੰਦਾ। ਦੇਖੋ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਨਾ ਕਿ ਐਸਾ ਜਗ ਦੇਖਿਆ ਜੁਆਰੀ ਸਭ ਸੁੱਖ ਮੰਗੇ ਨਾਮ ਵਿਸਾਰੀ। ਜੇ ਇਹੋ ਜਿਹੇ ਬੰਦੇ ਜਿਹੜੇ ਹੈ ਉਹ ਜੁਆਰੀ ਹੁੰਦੇ ਆ, ਸਾਰੇ ਸੁੱਖ ਲੱਭਦੇ, ਉੱਚੇ ਅਹੁਦੇ ਲੱਭਦੇ ਆ, ਪਰ ਨਾਮ ਨੂੰ ਵਿਸਾਰ ਕੇ। ਇਸੇ ਤਰ੍ਹਾਂ ਉਹ ਕਹਿਣ ਲੱਗਾ ਕਿ ਉਹਨੇ ਤਾਂ ਬਾਬੇ ਬਣਨਾ, ਤੈਂ ਬਾਬੇ ਥੋੜ੍ਹਾ ਬਣਨਾ ਸੀ, ਮੈਂ ਤਾਂ ਤੈਨੂੰ ਉੱਚਾ ਵੱਡਾ ਆਦਮੀ ਬਣਾਉਣਾ ਹੈਗਾ। ਗੱਲ ਕੀ ਆ, ਉਹ ਦਿਨ ਗਿਆ। ਅਗਲੇ ਦਿਨ ਫਿਰ ਜਦ ਉਹ ਜਿਹੜਾ ਤਾਏ ਦਾ ਲੜਕਾ ਸੀਗਾ ਆਪਣੇ ਮਾਂ ਬਾਪ ਨਾਲ ਅੰਮ੍ਰਿਤ ਛਕਣ ਗਿਆ, ਤਾਂ ਫਿਰ ਉਹਦਾ ਲੜਕਾ ਜਦ ਦੁਬਾਰਾ ਫਿਰ ਆਪਣੇ ਚਾਚੇ ਦੇ ਲੜਕੇ ਨੂੰ ਲੈਣ ਆਇਆ, ਉਹਨੂੰ ਕਹਿਣ ਲੱਗਾ ਵੀ ਤੂੰ ਤਿਆਰ ਨਹੀਂ ਹੋਇਆ। ਅਤੇ ਉਹ ਕਹਿੰਦਾ ਵੀ ਮੈਨੂੰ ਤਾਂ ਰਾਤੀ ਮੇਰੇ ਬਾਪੂ ਨੇ ਨਾ ਕਰ ਦਿੱਤੀ ਸੀ, ਮੈਂ ਹੁਣ ਪੁੱਛਦਾ। ਉਹ ਫਿਰ ਆਪਣੇ ਬਾਪੂ ਕੋਲ ਗਿਆ, ਕਹਿਣ ਲੱਗਾ ਪਿਤਾ ਜੀ ਮੈਂ ਜਿਹੜੇ ਤਾਏ ਜੀ ਦੇ ਲੜਕੇ ਆ ਉਹ ਅੰਮ੍ਰਿਤ ਛਕਣ ਲਈ ਜਾ ਰਹੇ ਆ ਅਤੇ ਮੈਂ ਵੀ ਨਾਲ ਉਹਨਾਂ ਦੇ ਚਲੇ ਜਾਂਦਾ ਹੈ। ਅਤੇ ਉਹਦੇ ਬਾਪੂ ਨੇ ਕੀ ਕੀਤਾ, ਉਸ ਟਾਈਮ ਕਿਹਾ ਕਿ ਮੈਂ ਤੈਨੂੰ ਕੱਲ੍ਹ ਹੀ ਕਿਹਾ ਸੀਗਾ ਕਿ ਅਸੀਂ ਇਹ ਕੰਮ ਨਹੀਂ ਕਰਨਾ ਹੈਗਾ। ਇਸ ਕਰਕੇ ਉਹਦੇ ਬਾਪੂ ਨੇ ਕੀ ਕੀਤਾ, ਉਹਨੂੰ ਫੜ ਕੇ ਜਬਰੀ ਜਿਹੜਾ ਸੀਗਾ ਅੰਦਰ ਫੁੜ ਦਿੱਤਾ, ਤਾਂ ਬਾਹਰੋਂ ਦਰਵਾਜ਼ੇ ਨੂੰ ਜੰਦਾ ਲਾਤਾ, ਕੁੰਡਾ ਲਾਤਾ। ਭਾਵ ਕੀ ਆ ਕਿ ਉਹਨੂੰ ਅੰਮ੍ਰਿਤ ਨਾ ਛਕਣ ਵਾਸਤੇ ਇੰਨਾ ਜ਼ਿਆਦਾ ਰੋਕਿਆ ਕਿ ਉਹ ਫਿਰ ਲੜਕਾ ਬੱਚਾ ਸੀਗਾ, 9ਵੀਂ 10ਵੀਂ 'ਚ ਪੜ੍ਹਦਾ ਸੀ, ਪਿਤਾ ਦੇ ਸਾਹਮਣੇ ਉਹਦੀ ਕੁਛ ਨਹੀਂ ਚੱਲੀ। ਪਰ ਦੂਸਰਾ ਜਿਹੜਾ ਉਹਦਾ ਤਾਏ ਦਾ ਸਕਾ ਲੜਕਾ ਸੀਗਾ, ਉਹ ਆਪਣੇ ਪਰਿਵਾਰ ਨਾਲ ਫਿਰ ਅੰਮ੍ਰਿਤ ਛਕਣ ਚੱਲ ਗਿਆ। ਉਹ ਪਰਿਵਾਰ ਅੰਮ੍ਰਿਤ ਛਕ ਕੇ ਆਇਆ, ਦੇਖ ਗੁਰੂ ਨਾਲ ਜੁੜ ਗਿਆ, ਹੌਲੀ ਹੌਲੀ ਉਹ ਗੁਰਬਾਣੀ ਪੜ੍ਹਨ ਲੱਗ ਪਿਆ। ਗੱਲ ਕੀ ਆ ਕਿ ਉਹ ਜਿਹੜਾ ਤਾਏ ਦਾ ਲੜਕਾ ਜਿਹੜਾ ਅੰਮ੍ਰਿਤਧਾਰੀ ਹੋ ਗਿਆ ਸੀਗਾ, ਉਹ ਸਮਾਂ ਪਾ ਕੇ ਰੂਹਾਨੀਅਤ ਤਰੱਕੀ ਦੀਆਂ ਮੰਜ਼ਿਲਾਂ ਨਹੀਂ ਛੂਹਣ ਲੱਗ ਪਿਆ। ਪਰ ਇਹ ਜਿਹੜਾ ਲੜਕਾ ਸੀਗਾ, ਜਿਹਦੇ ਪਿਤਾ ਨੇ ਇਸ ਨੂੰ ਅੰਮ੍ਰਿਤ ਛਕਣ ਤੋਂ ਰੋਕਣ ਵਾਸਤੇ ਬਾਹਰੋਂ ਕੁੰਡਾ ਲਾ ਦਿੱਤਾ ਸੀਗਾ, ਫਿਰ ਸਮਾਂ ਪਾ ਕੇ ਇਹਨੂੰ ਜਦ ਚੰਡੀਗੜ੍ਹ ਜਿਹੜਾ ਸੀਗਾ ਉਹ ਵੱਡਾ ਆਦਮੀ ਬਣਾਉਣ ਦੇ ਸੁਪਨੇ ਨਾਲ ਜਦ ਪੜ੍ਹਨ ਭੇਜਿਆ ਸੀਗਾ, ਇਹ ਜਿਹੜਾ ਲੜਕਾ ਜਦ ਪੜ੍ਹਨ ਗਿਆ ਸੀਗਾ, ਉੱਥੇ ਫਿਰ ਜਿਹੜੇ ਸੀ ਇਹਦੀ ਯਾਰੀ ਦੋਸਤੀ ਐਸੇ ਮੁੰਡਿਆਂ ਨੇ ਹੋਏ ਜਿਹੜੇ ਨਸ਼ਈ ਸੀਗੇ, ਉਹਨਾਂ ਨੇ ਫਿਰ ਇਸ ਲੜਕੇ ਨੂੰ ਨਸ਼ੇ 'ਤੇ ਲਾ ਦਿੱਤਾ ਸੀਗਾ। ਜਦ ਨਸ਼ੇ 'ਤੇ ਲਾ ਦਿੱਤਾ, ਬਸ ਇਹ ਜਿਹੜਾ ਫਿਰ ਪੱਕਾ ਨਸ਼ਈ ਬਣ ਗਿਆ ਸੀਗਾ ਉਹਨਾਂ ਨੂੰ ਟਾਈਮਾਂ ਦੇ ਵਿੱਚ। ਫਿਰ ਉਸ ਟਾਈਮ ਜਦ ਇਹਦੇ ਪੇ ਨੂੰ ਪਤਾ ਲੱਗਾ ਕਿ ਮੇਰਾ ਲੜਕਾ ਜਿਹੜਾ ਹੈ ਉਹ ਤਾਂ ਪੱਕਾ ਨਸ਼ਈ ਬਣ ਗਿਆ, ਬਸ ਫਿਰ ਕੀ ਹੋ ਸਕਦਾ ਸੀਗਾ। ਫਿਰ ਇਹੋ ਹੀ ਬਾਪੂ ਜਿਹੜਾ ਇਸ ਲੜਕੇ ਨੂੰ ਅੰਮ੍ਰਿਤ ਛਕਣ ਤੋਂ ਰੋਕਦਾ ਸੀਗਾ, ਬਸ ਫਿਰ ਸਿਰ ਫਾੜ ਕੇ ਬੈਠ ਗਿਆ। ਪਰ ਕਿਸੇ ਨੇ ਸਲਾਹ ਦਿੱਤੀ ਕਿ ਅਗਰ ਇਸ ਨੂੰ ਨਸ਼ੇ ਤੋਂ ਛਡਾਉਣਾ ਤਾਂ ਇਸ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਭੇਜ ਦਿਓ। ਦੇਖੋ ਫਿਰ ਜਦ ਇਸ ਪਰਿਵਾਰ ਨੇ ਇਸ ਨਸ਼ਈ ਲੜਕੇ ਨੂੰ ਨਸ਼ਾ ਛਡਾਊ ਕੇਂਦਰ 'ਚ ਭੇਜਿਆ, ਪਰ 2 ਮਹੀਨੇ ਬਾਅਦ ਉਸ ਨਸ਼ਾ ਛਡਾਊ ਕੇਂਦਰ ਦੇ ਡਾਕਟਰ ਦਾ ਫੋਨ ਆਇਆ ਅਤੇ ਉਹਨੇ ਫਿਰ ਜਿਹੜਾ ਸੀਗਾ ਇਹਦੇ ਪਿਤਾ ਨੂੰ ਆਪ ਉੱਥੇ ਸੱਦ ਕੇ ਇਹ ਦੱਸਿਆ ਸੀਗਾ ਕਿ ਤੇਰੇ ਲੜਕੇ 'ਤੇ ਅਸੀਂ ਬੜੀ ਕੋਸ਼ਿਸ਼ ਕੀਤੀ ਆ, ਪਰ ਤੇਰਾ ਜਿਹੜਾ ਲੜਕਾ ਨਸ਼ਾ ਨਹੀਂ ਛੱਡ ਸਕਦਾ, ਕਿਉਂਕਿ ਹੁਣ ਨਸ਼ਾ ਹੀ ਉਹਦਾ ਜੀਵਨ ਬਣ ਗਿਆ। ਅਗਰ ਇਹਨੂੰ ਨਸ਼ਾ ਨਹੀਂ ਮਿਲੂਗਾ ਤਾਂ ਇਹਦੀ ਮੌਤ ਹੋ ਜਾਣੀ ਹੈ। ਬਸ ਫਿਰ ਕੀ ਸੀਗਾ, ਇੱਕ ਲੜਕਾ ਸੀਗਾ, ਫਿਰ ਇਹ ਜਿਹੜਾ ਪੇ ਸੀਗਾ ਫਿਰ ਭੁੱਬਾ ਮਾਰ ਕੇ ਰੋਇਆ। ਜਦ ਭੁੱਬਾ ਮਾਰ ਕੇ ਰੋ ਗਿਆ ਤਾਂ ਫਿਰ ਉਹ ਮੁੰਡਾ ਜਦ ਆਪਣੇ ਬਾਪੂ ਨੂੰ ਮਿਲਿਆ ਸੀ, ਅਤੇ ਉਸ ਟਾਈਮ ਉਸ ਮੁੰਡੇ ਨੇ ਆਪਣੇ ਬਾਪੂ ਨੂੰ ਮੂੰਹ 'ਤੇ ਇਹ ਗੱਲ ਆਖੀ ਸੀ ਕਿ ਪਿਤਾ ਜੀ ਯਾਦ ਕਰੋ, ਕੋਈ ਸਮਾਂ ਸੀਗਾ ਜਦੋਂ ਮੈਂ ਅੰਮ੍ਰਿਤ ਛਕਣ ਦੀ ਜਿੱਦ ਕਰਦਾ ਸੀ, ਪਰ ਤੁਸੀਂ ਕਿਹਾ ਸੀਗਾ ਕਿ ਅਸੀਂ ਬਾਬੇ ਨਹੀਂ ਬਣਨਾ ਹੈਗਾ, ਮੈਂ ਤੈਨੂੰ ਵੱਡਾ ਆਦਮੀ ਬਣਾਉਣਾ ਹੈਗਾ। ਅਗਰ ਤੁਸੀਂ ਉਸ ਦਿਨ ਮੈਨੂੰ ਅੰਮ੍ਰਿਤ ਛਕਣ ਵਾਸਤੇ ਭੇਜ ਦਿੰਦੇ ਤਾਂ ਅੱਜ ਮੈਂ ਵੀ ਨਸ਼ਈ ਨਾ ਬਣਦਾ, ਮੈਂ ਵੀ ਗੁਰੂ ਘਰ ਨਾਲ ਜੁੜਿਆ ਹੁੰਦਾ। ਪਰ ਹੁਣ ਕਿਉਂਕਿ ਨਸ਼ਾ ਮੇਰੇ ਹੱਡ ਦੇ ਵਿੱਚ ਸਮਾ ਗਿਆ ਹੈ, ਇਸ ਕਰਕੇ ਅਗਰ ਮੈਨੂੰ ਨਸ਼ਾ ਨਹੀਂ ਮਿਲੂਗਾ ਤਾਂ ਮੇਰੀ ਮੌਤ ਯਕੀਨੀ ਆ। ਪਰ ਹੁਣ ਸਮਾਂ ਲੰਘ ਚੁੱਕਾ ਸੀਗਾ, ਇਸ ਕਰਕੇ ਫਿਰ ਉਹ ਜਿਹੜਾ ਪਰਿਵਾਰ ਸੀਗਾ, ਨਸ਼ਈ ਲੜਕੇ ਦੇ ਮਾਂ ਬਾਪ ਜਿਹੜੇ ਸੀਗੇ, ਉਹ ਬਹੁਤ ਮਨੋ ਮਨੀ ਪਛਤਾਏ ਕਿ ਅਗਰ ਉਦੋਂ ਅਸੀਂ ਜੋ ਸਾਨੂੰ ਰੱਬ ਨੇ ਮੌਕਾ ਦਿੱਤਾ ਸੀਗਾ, ਅਸੀਂ ਵੀ ਗੁਰੂ ਘਰ ਦੇ ਨਾਲ ਜੁੜ ਜਾਂਦੇ ਤਾਂ ਅੱਜ ਸਾਡੇ ਪਰਿਵਾਰ ਦੀ ਐਸੀ ਹਾਲਤ ਨਾ ਹੁੰਦੀ। ਸੋ ਕਹਿਣ ਤੋਂ ਭਾਵ ਇਹ ਆ ਕਿ ਆਪਣੇ ਬੱਚਿਆਂ ਨੂੰ ਅਗਰ ਉਹਨਾਂ ਦੇ ਵਿੱਚ ਕਿਤੇ ਉਤਸ਼ਾਹ ਬਣਦਾ ਹੈਗਾ ਅੰਮ੍ਰਿਤ ਛਕਣ ਦਾ, ਤਾਂ ਸਾਨੂੰ ਰੋਕਣਾ ਨਹੀਂ ਚਾਹੀਦਾ। ਸਾਨੂੰ ਖੁਸ਼ੀ ਦੇ ਨਾਲ ਔਰ ਬੜੇ ਹੀ ਪ੍ਰੇਮ ਅਤੇ ਉਲਾਸ ਦੇ ਨਾਲ ਸਮਾਂ ਇਹ ਯਤਨ ਕਰਨਾ ਚਾਹੀਦਾ ਕਿ ਸਾਡੇ ਬੱਚੇ ਜਿਹੜੇ ਆ ਉਹ ਜਲਦੀ ਅੰਮ੍ਰਿਤ ਛਕ ਕੇ ਗੁਰੂ ਘਰ ਦੇ ਨਾਲ ਜੁੜਨ, ਅਤੇ ਇਹ ਜਿਹੜੇ ਨਸ਼ੇ ਹੈਗੇ ਆ ਜਾਂ ਬੁਰੀਆਂ ਆਦਤਾਂ ਹੈਗੀਆਂ ਅੱਜ ਕੱਲ੍ਹ ਦੇ ਸਮੇਂ ਦੀਆਂ ਵਿੱਚ, ਇਹਨਾਂ ਤੋਂ ਬਚ ਕੇ ਆਪਣੇ ਜੀਵਨ ਨੂੰ ਉੱਚਾ ਅਤੇ ਸੁੱਚਾ ਬਣਾਉਣ, ਫਿਰ ਹੀ ਸਾਡੀ ਜਿਹੜੀ ਕੌਮ ਦੀ ਚੜ੍ਹਦੀ ਕਲਾ ਹੋ ਸਕਦੀ ਆ। ਸੋ ਇਸ ਤਰ੍ਹਾਂ ਇੱਕ ਮਹਾਤਮਾ ਜਿਹੜੇ ਸੀਗੇ ਉਹ ਵੀ ਆਪਣੇ ਜੀਵਨ ਦੀ ਘਟਨਾ ਸਾਂਝਾ ਕਰਦੇ ਸੀ। ਉਹ ਦੱਸਦੇ ਸੀਗੇ ਕਿ ਸਾਡੇ ਪਰਿਵਾਰ ਦੇ ਵਿੱਚ ਸਾਡੀ ਪੜਦਾਦੀ ਜੀ ਸੀ, ਸਾਡੇ ਜਿਹੜੇ ਪੜਦਾਦੀ ਸੀ ਕਹਿੰਦੇ ਵੀ ਕਦੀ ਵੀ ਜ਼ਿੰਦਗੀ ਦੇ ਵਿੱਚ ਕਦੀ ਹੌਸਪੀਟਲ ਨਹੀਂ ਸੀਗੇ, ਪਰ ਜਦੋਂ ਉਹ ਬਿਰਧ ਅਵਸਥਾ 'ਚ ਆਏ ਸੀ, ਅਚਨਚੇਤ ਕਿਸੇ ਘਟਨਾ ਦੇ ਕਾਰਨ ਉਹਨਾਂ ਦਾ ਜਿਹੜਾ ਸੱਜਾ ਮੋਢਾ ਸੀਗਾ
ਉਹ ਉਤਰ ਗਿਆ ਸੀਗਾ। ਜਦ ਸਾਡਾ ਮੁੰਡਾ ਉਤਰਿਆ ਤੇ ਕਹਿੰਦੇ ਫਿਰ ਤਕਲੀਫ ਕਾਫੀ ਹੋਈ। ਉਸ ਤੋਂ ਬਾਅਦ ਕਹਿੰਦੇ ਫਿਰ ਜਦੋਂ ਸਾਡੇ ਪਿਤਾ ਜੀ ਨੇ ਡਾਕਟਰਾਂ ਦੇ ਨਾਲ ਹੌਸਪੀਟਲ ਗੱਲ ਕੀਤੀ, ਫਿਰ ਡਾਕਟਰਾਂ ਨੇ ਕਹਿੰਦੇ ਸਾਡੀ ਪੜਦਾਦੀ ਜੀ ਦਾ ਮੁੰਡਾ ਜਦ ਚੈੱਕ ਕੀਤਾ ਸੀਗਾ ਤੇ ਫਿਰ ਡਾਕਟਰਾਂ ਨੇ ਦੱਸਿਆ ਸੀਗਾ ਕਿ ਇਸ ਦਾ ਆਪਰੇਸ਼ਨ ਕਰਨਾ ਪੈਣਾ ਹੈ। ਆਪਰੇਸ਼ਨ ਕਰਨ ਤੋਂ ਬਾਅਦ ਫਿਰ ਇਹ ਜਿਹੜਾ ਮੁੰਡਾ ਹੈਗਾ ਇਸ ਨੂੰ ਸੈੱਟ ਕਰਕੇ ਸਹੀ ਹਾਲਤ ਵਿੱਚ ਬਿਠਾਇਆ ਜਾਊਗਾ ਤੇ ਇਸ ਕੰਮ ਦੇ ਵਿੱਚ ਘੱਟੋ ਘੱਟ ਜਿਹੜੇ ਆ 2-3 ਮਹੀਨੇ ਤਾਂ ਜਿਹੜੇ ਆ ਉਹ ਪੱਕੇ ਲੱਗਣਗੇ। ਜਦ ਇਹ ਜਿਹੜੀ ਰਾਏ ਸੀ ਡਾਕਟਰਾਂ ਨੇ ਮੈਡੀਕਲ ਸਾਇੰਸ ਦੀ ਸਹਾਇਤਾ ਦੇ ਨਾਲ ਸਾਰੇ ਪਰਿਵਾਰ ਨੂੰ ਦੱਸੀ ਸੀ ਤਾਂ ਫਿਰ ਉਹ ਪਰਿਵਾਰ ਜਿਹੜਾ ਸੀਗਾ ਡਾਕਟਰਾਂ ਦੀ ਇਸ ਗੱਲ ਦੇ ਉੱਤੇ ਚੁੱਪ ਕਰ ਗਿਆ। ਤੇ ਪਰ ਉਹ ਜਿਹੜੇ ਕਹਿੰਦੇ ਸਾਡੀ ਪੜਦਾਦੀ ਸੀਗੀ ਜਿਹੜੀ ਸਾਰੀ ਉਮਰ ਹੌਸਪੀਟਲ ਨਹੀਂ ਸੀ ਗਈ, ਹੌਸਪੀਟਲ ਦੇ ਨਾਂ ਤੋਂ ਸਦਾ ਡਰਦੀ ਰਹਿੰਦੀ ਸੀ, ਆਪਣੀ ਸਿਹਤ ਦਾ ਬੜਾ ਖਿਆਲ ਰੱਖਦੀ ਸੀ। ਪਰ ਜਦੋਂ ਉਹਨੂੰ ਪਤਾ ਲੱਗਾ ਕਿ ਮੇਰਾ ਆਪਰੇਸ਼ਨ ਕਰਨਾ ਪੈਣਾ ਹੈਗਾ ਤੇ ਕਹਿੰਦੇ ਵੀ ਉਹ ਜਿਹੜੀ ਸਾਡੀ ਦਾਦੀ ਸੀ ਪੜਦਾਦੀ ਕਹਿੰਦੇ ਵੀ ਉਹ ਜਿਹੜੀ ਸੀ ਚੁੱਪ ਕਰ ਗਈ। ਪਰ ਹੁਣ ਕੀਤਾ ਕੀ ਜਾ ਸਕਦਾ ਹੈਗਾ। ਅਚਨਚੇਤ ਕਹਿੰਦੇ ਵੀ ਸਾਨੂੰ ਕਿਸੇ ਨੇ ਦੱਸਿਆ ਕਿ ਇੱਕ ਫਲਾਣੇ ਪਿੰਡ ਦੇ ਵਿੱਚ ਇੱਕ ਕੋਈ ਜਿਹੜੀ ਆ ਜਿਹੜਾ ਭੇਡਾਂ ਬੱਕਰੀਆਂ ਚਾਰਦਾ, ਉਹ ਮੋਢਾ ਚੜਾਉਣ ਦਾ ਬੜਾ ਕਾਰੀਗਰ ਹੈਗਾ। ਅਗਰ ਤੁਸੀਂ ਉਸ ਨੂੰ ਬੁਲਾ ਕੇ ਆਪਣੇ ਪਾਸ ਲੈ ਕੇ ਆਓਗੇ ਤਾਂ ਉਹ ਤੁਹਾਡੀ ਜਿਹੜੀ ਪੜਦਾਦੀ ਆ ਨੂੰ ਉਸ ਨੂੰ ਬਹੁਤ ਜਲਦੀ ਠੀਕ ਕਰ ਦਊਗਾ, ਕਿਉਂਕਿ ਇਹ ਜਿਹੜੀ ਵਿੱਦਿਆ ਹੈਗੀ ਉਸ ਆਜੜੀ ਨੂੰ ਆਉਂਦੀ ਆ। ਉਸ ਤੋਂ ਬਾਅਦ ਕਹਿੰਦੇ ਵੀ ਸਾਡੇ ਪਰਿਵਾਰ ਵਾਲੇ ਜਿਹੜੇ ਸੀਗੇ ਉਸ ਆਜੜੀ ਨੂੰ ਜਿਹੜੇ ਸਾਡੇ ਘਰ ਲੈ ਕੇ ਆਏ। ਜਦੋਂ ਕਹਿੰਦੇ ਸਾਡੇ ਘਰ ਲੈ ਕੇ ਆਏ ਉਹ ਜਦ ਕਹਿੰਦੇ ਆਜੜੀ ਆਇਆ ਬੜੇ ਸਤਿਕਾਰ ਦੇ ਨਾਲ, ਜੋ ਹੀ ਕਹਿੰਦੇ ਸਾਡੀ ਪੜਦਾਦੀ ਦੇ ਸਾਹਮਣੇ ਉਸ ਆਜੜੀ ਨੇ ਜਦ ਸਾਡੀ ਪੜਦਾਦੀ ਦਾ ਮੋਢਾ ਦੇਖਣ ਲੱਗਾ ਤੇ ਕਹਿੰਦੇ ਦੇਖਦੇ ਸਾਰੀ ਸਾਡੀ ਪੜਦਾਦੀ ਦੇ ਚਿਹਰੇ ਵੱਲੋਂ ਉਹ ਜਿਹੜਾ ਆਜੜੀ ਸੀਗਾ ਹੈ ਜਿਸ ਕੋਲੇ ਵਿੱਦਿਆ ਸੀ ਮੋਢਾ ਚੜਾਉਣ ਦੀ, ਕਹਿੰਦੇ ਉਹ ਜ਼ਾਰ ਰੁਪਇਆ ਸੀ। ਕਹਿੰਦੇ ਜਦ ਜ਼ਾਰ ਰੁਪਇਆ ਸਾਰੇ ਹੈਰਾਨ ਹੋ ਗਏ, ਸਾਰੇ ਉਹਨੂੰ ਪੁੱਛਣ ਲੱਗੇ ਵੀ ਕੀ ਗੱਲ ਤੂੰ ਇੰਨਾ ਜ਼ਾਰ ਉੱਚੀ ਕਿਉਂ ਹੁੰਦਾ ਹੈਗਾ। ਤਾਂ ਫਿਰ ਉਹ ਆਜੜੀ ਨੇ ਬੜੇ ਭਿੱਜ ਕੇ ਪ੍ਰੇਮ ਨਾਲ ਇਹ ਦੱਸਿਆ ਸੀਗਾ ਵੀ ਜਿਸ ਦਾ ਮੋਢਾ ਉਤਰਿਆ ਇਹ ਜਿਹੜੀ ਬੀਬੀ ਹੈਗੀ ਆ ਇਹ ਜਮਾਂਦਰੂ ਹੀ ਬ੍ਰਾਹਮਣੀ ਹੈਗੀ ਆ ਤੇ ਇਸ ਕਰਕੇ ਇਹ ਜਿਹੜੀ ਬ੍ਰਾਹਮਣੀ ਹੈ ਇਹਦਾ ਮੋਢਾ ਉਤਰੇ ਨੂੰ ਕਿੰਨੀ ਤਕਲੀਫ ਹੋਊਗੀ। ਪਰ ਮੇਰੇ ਕੋਲ ਜਿਹੜੀ ਇਹ ਵਿੱਦਿਆ ਹੈਗੀ ਆ ਮੋਢਾ ਜਾਣਨ ਵਾਲੀ, ਇਹ ਵਿੱਦਿਆ ਜਿਹੜੀ ਹੈਗੀ ਆ ਇਹ ਐਸੀ ਵਿੱਦਿਆ ਹੈ ਕਿ ਜਿਸ ਵਿੱਦਿਆ ਦੇ ਨਾਲ ਮੈਨੂੰ ਤੁਹਾਡੀ ਪੜਦਾਦੀ ਦੀ ਛਾਤੀ ਦੇ ਉੱਤੇ ਪੈਰ ਰੱਖ ਕੇ ਫਿਰ ਇਹ ਮੋਢਾ ਜਿਹੜਾ ਆਪਣੀ ਤਰਤੀਬ ਨਾਲ ਚਾੜਨਾ ਪਊਗਾ। ਪਰ ਕਿਉਂਕਿ ਇਹ ਬ੍ਰਾਹਮਣੀ ਹੈਗੀ ਹੈ ਇਸ ਕਰਕੇ ਮੈਂ ਇਹਦੇ ਸਤਿਕਾਰ ਵਜੋਂ ਇਸ ਦੀ ਛਾਤੀ ਦੇ ਉੱਤੇ ਆਪਣਾ ਪੈਰ ਨਹੀਂ ਰੱਖ ਸਕਦਾ। ਜਦ ਇੰਨੀ ਗੱਲ ਹੋਈ ਸੀ ਤਾਂ ਸਾਰਾ ਟੱਬਰ ਹੈਰਾਨ ਸੀਗਾ ਔਰ ਖੁਸ਼ ਵੀ ਸੀ ਕਿ ਦੇਖੋ ਇੱਕ ਜਿਹੜੀ ਆ ਬਿਲਕੁਲ ਨਪਾੜਵਾ ਗਰੀਬ ਆ, ਪਰ ਉਸਨੂੰ ਧਰਮ ਦੀ ਇੰਨੀ ਸੋਝੀ ਆ ਕਿ ਕਿਵੇਂ ਜਿਹੜੇ ਵੱਡੇ ਵਡੇਰੇ ਆ ਉਹਨਾਂ ਦਾ ਸਤਿਕਾਰ ਕਿਵੇਂ ਕਰਨਾ ਹੈਗਾ। ਪਰ ਕਹਿੰਦੇ ਵੀ ਫਿਰ ਸਾਡੇ ਜਿਹੜੇ ਘਰ ਦੇ ਸੀਗੇ ਉਹਨਾਂ ਨੇ ਫਿਰ ਉਸ ਜਿਹੜੀ ਨੂੰ ਇਹ ਗੱਲ ਆਖੀ ਸੀਗੀ ਵੀ ਤੁਸੀਂ ਸਾਡੀ ਜਿਹੜੀ ਪੜਦਾਦੀ ਆ ਉਹਦੀ ਛਾਤੀ 'ਤੇ ਪੈਰ ਰੱਖਣਾ ਹੈਗਾ, ਇਹਦੇ ਵਿੱਚ ਤੁਸੀਂ ਕੋਈ ਮਾੜੀ ਨੀਅਤ ਭਾਵਨਾ ਨਾਲ ਨਹੀਂ ਰੱਖਣਾ, ਸਮਾਂ ਕਿ ਤੁਸੀਂ ਇਸ ਦੀ ਜ਼ਿੰਦਗੀ ਦੇ ਵਿੱਚ ਇਸ ਦੇ ਮੋਢੇ ਦੇ ਸੁਧਾਰ ਵਾਸਤੇ ਤੁਸੀਂ ਇਹ ਕਰਮ ਕਰਨਾ ਹੈਗਾ। ਸੋ ਇਸ ਕਰਕੇ ਇਹ ਜਿਹੜਾ ਕਰਮ ਕੀਤਾ ਹੋਇਆ ਕੋਈ ਮਾੜਾ ਨਹੀਂ ਆ। ਪਰ ਕਹਿੰਦੇ ਆ ਜਿਹੜੀ ਕਹਿਣ ਲੱਗਾ ਅਗਰ ਮੈਂ ਪੈਰ ਰੱਖੂੰਗਾ ਮੈਨੂੰ ਨਰਕਾਂ 'ਚ ਜਗ੍ਹਾ ਨਹੀਂ ਮਿਲੂਗੀ, ਕਿਉਂਕਿ ਕਿਸੇ ਬ੍ਰਾਹਮਣੀ ਦੇ ਉੱਪਰ ਪੈਰ ਰੱਖ ਦੇਣਾ ਕਹਿੰਦੇ ਸਭ ਤੋਂ ਵੱਡਾ ਪਾਪ ਹੈਗਾ। ਪਰ ਕਹਿੰਦੇ ਫਿਰ ਵੀ ਸਾਡੇ ਪਰਿਵਾਰ ਨੇ ਆਖਿਆ ਸੀਗਾ ਕਿ ਕੋਈ ਗੱਲ ਨਹੀਂ, ਅਗਰ ਤੁਸੀਂ ਇਹ ਪਾਪ ਮੰਨਦੇ ਆ ਤਾਂ ਅਸੀਂ ਇਹ ਪਾਪ ਆਪਣੇ ਉੱਤੇ ਲੈਣ ਲਈ ਤਿਆਰ ਆ, ਪਰ ਤੁਸੀਂ ਸਾਡੀ ਪੜਦਾਦੀ ਦਾ ਜਿਹੜਾ ਮੋਢਾ ਹੈਗਾ ਇਹ ਆਪਣੀ ਇਸ ਵਿੱਦਿਆ ਨਾਲ ਜ਼ਰੂਰ ਠੀਕ ਕਰੋ। ਫਿਰ ਕਹਿੰਦੇ ਉਹ ਜਿਹੜੀ ਕਹਿਣ ਲੱਗਾ ਕਿ ਮੋਢਾ ਤਾਂ ਮੈਂ ਇੱਕ ਛਿਣ ਦੇ ਵਿੱਚ ਠੀਕ ਕਰ ਦਊਂਗਾ, ਪਰ ਮੈਨੂੰ ਪੈਰ ਰੱਖਣ 'ਚੋਂ ਬੜਾ ਸੰਕੋਚ ਆ। ਪਰ ਕਹਿੰਦੇ ਜਦੋਂ ਘਰਦਿਆਂ ਨੇ ਤੇ ਹੋਰ ਜਿਹੜੇ ਬਾਕੀ ਪਰਿਵਾਰ ਦੇ ਮੈਂਬਰ ਸੀ ਉਹਨਾਂ ਨੇ ਉਸ ਆਜੜੀ ਨੂੰ ਸਮਝਾਇਆ। ਫਿਰ ਕਹਿੰਦੇ ਉਹ ਆਜੜੀ ਕਹਿਣ ਲੱਗਾ ਚਲੋ ਠੀਕ ਆ। ਫਿਰ ਉਹ ਕਹਿਣ ਲੱਗਾ ਕਿ ਇਸ ਤਰ੍ਹਾਂ ਕਰੋ ਇੱਕ ਚਿੱਟਾ ਸਾਫ਼ ਕੱਪੜਾ ਲੈ ਕੇ ਆਓ। ਫਿਰ ਕਹਿੰਦੇ ਸਾਡੇ ਪਰਿਵਾਰ ਨੇ ਚਿੱਟਾ ਸਾਫ਼ ਕੱਪੜਾ ਲਿਆਂਦਾ ਸੀਗਾ। ਉਹ ਫਿਰ ਜਿਹੜਾ ਚਿੱਟਾ ਸਾਫ਼ ਕੱਪੜਾ ਸੀ ਉਸ ਜਿਹੜੀ ਵਿੱਦਿਆ ਵਾਲੇ ਨੇ ਕਹਿੰਦੇ ਸਾਡੀ ਦਾਦੀ ਦੇ ਛਾਤੀ ਦੇ ਉੱਤੇ ਕਹਿੰਦੇ ਜਦ ਤੈਅ ਲਾ ਕੇ ਕਹਿੰਦੇ ਉੱਤੇ ਰੱਖਿਆ ਸੀ। ਉਸ ਤੋਂ ਬਾਅਦ ਦੇਖੋ ਉਹਦੀ ਕਹਿੰਦੇ ਧਾਰਮਿਕ ਭਾਵਨਾ ਦੀ ਐਡੀ ਗਹਿਰੀ ਸੂਝ ਕਿ ਉਸ ਜਿਹੜੀ ਨੇ ਆਪਣੇ ਜਿਹੜੇ ਸਿਰ ਦੀ ਪੱਗ ਸੀਗੀ ਉਸ ਨੂੰ ਉਤਾਰ ਕੇ ਉਹ ਜਿਹੜਾ ਚਿੱਟਾ ਕੱਪੜਾ ਸਾਡੀ ਦਾਦੀ ਦੀ ਛਾਤੀ 'ਤੇ ਰੱਖਿਆ ਸੀ ਉਹ 'ਤੇ ਕਹਿੰਦੇ ਆਪਣੇ ਸਿਰ ਦੀ ਪੱਗ ਰੱਖੀ ਅਤੇ ਆਪਣੇ ਕਹਿੰਦੇ ਸਿਰ ਦੀ ਪੱਗ ਦੇ ਉੱਤੇ ਫਿਰ ਕਹਿੰਦੇ ਉਸ ਜਿਹੜੀ ਨੇ ਆਪਣਾ ਪੈਰ ਰੱਖਿਆ। ਜਦ ਕਹਿੰਦੇ ਪੈਰ ਰੱਖਿਆ ਕਹਿੰਦੇ ਘਰ ਦੇ ਜਿਹੜੇ ਸੀ ਦੇਖਣ ਵਾਲੇ ਹੋਰ ਵੀ ਆਂਢ ਗੁਆਂਢ ਸੀ ਬੜੇ ਹੈਰਾਨ ਹੋਏ। ਪਰ ਉਸ ਜਿਹੜੀ ਦੇ ਕਹਿੰਦੇ ਇਸ ਧਾਰਮਿਕ ਭਾਵ ਨੂੰ ਕਹਿੰਦੇ ਸਾਰੇ ਅਨੁਭਵ ਕਰਦੇ ਹੋਏ ਆਸ਼ ਕਰ ਉੱਠੇ। ਪਰ ਉਸ ਤੋਂ ਬਾਅਦ ਕਹਿੰਦੇ ਜਦੋਂ ਹੀ ਉਸ ਜਿਹੜੀ ਨੇ ਸਾਡੀ ਦਾਦੀ ਦੇ ਛਾਤੀ ਦੇ ਉੱਪਰ ਆਪਣੀ ਪੱਗ 'ਤੇ ਪੈਰ ਰੱਖ ਕੇ ਜੋ ਹੀ ਕਹਿੰਦੇ ਮੋਢੇ ਨੂੰ ਫੜ ਕੇ ਇੱਕ ਹਲਕਾ ਜਿਹਾ ਕਹਿੰਦੇ ਝਟਕਾ ਦਿੱਤਾ। ਬਸ ਝਟਕਾ ਦੇਣ ਦੀ ਦੇਰ ਸੀ ਕਿ ਸਾਡੀ ਜਿਹੜੀ ਦਾਦੀ ਪੜਦਾਦੀ ਸੀ ਉਹਦਾ ਜਿਹੜਾ ਮੋਢਾ ਸੀਗਾ 9/9 ਹੋ ਗਿਆ।
ਜਾਂ 9/9 हो गया। उस तो बाद कहते भी उन्हें थोड़ी जी जी जड़ी बूटी सी देसी वो अपने पास सीगी, उन्हें कट के पानी च मिला के वो मलम च मिला के कहते मोढे के उत्ते छोटा जिहा लेप कर दिता। तो फिर वो कहने लगा कि 2-3 दिन बाद ये लेप जब सुकूगा अपने पुत्र जाऊगा। बाकी कहते भी ये बिल्कुल हुण ठीक है, हुण किसी चीज़ की जरूरत नहीं हैगी। उस तो बाद कहते फिर वो आ जी विद्या वाला सी मोढा चढ़ाउण वाला, कहते वो फिर अपने घर चले गया। तो कहते भी देखो उस तो बाद अज भी कहते भी साडी परदादी जिहड़ी है ना कई साल हो गए संसार तो विदा हो गए, पर उस आजड़ी नूं साडा परिवार अज भी याद करदा हैगा कि वो आजड़ी जिहड़ा है ना कोई अमीर नहीं, एक भेडां बकरियां चराउण वाला एक सधारण गरीब व्यक्ति आ, पर उन्होंने कहते धर्म की इन्नी ज़्यादा समझ हैगी आ ना, ਉਹਦੇ ਅੰਦਰ ਧਰਮ ਦੇ ਇੰਨੇ ਜ਼ਿਆਦਾ ਸੰਸਕਾਰ ਹੈ ਕਿ ਉਹਨੂੰ ਪਤਾ ਹੈਗਾ ਕਿ ਜਿਹੜੀਆਂ ਸਾਡੀਆਂ ਧਾਰਮਿਕ ਮਤਾਵਾਂ ਹੈਗੇ ਆ ਜਾਂ ਪਿਤਾ ਹੈਗੇ ਆ ਜਿਹੜੇ ਧਰਮ ਦੇ ਮਾਰਗ ਦੇ ਉੱਤੇ ਚੱਲਦੇ ਆ, ਉਹਨਾਂ ਦਾ ਸਤਿਕਾਰ ਕਿਵੇਂ ਰੱਖਣਾ ਹੈਗਾ। ਕਹਿੰਦੇ ਇਹੋ ਹੀ ਕਹਿੰਦੇ ਵੀ ਕਮਾਲ ਦੀ ਖੇਡ ਹੈਗੀ ਆ। ਸੋ ਕਹਿਣ ਤੋਂ ਭਾਵ ਇਹ ਹੈ ਕਿ ਭਾਰਤ ਵਰਸ਼ ਦੇ ਅੰਦਰ ਅਜੇ ਵੀ ਇਹੋ ਜਿਹੇ ਪ੍ਰਾਣੀ ਵਸਦੇ ਆ ਜਿਹੜੇ ਹੈ ਤਾਂ ਭਾਵੇਂ ਆਰਥਿਕ ਤੌਰ ਦੇ ਉੱਤੇ ਗਰੀਬ, पर धर्म के समझ दे विच सब तो श्रेष्ठ वा। सो इहो ਜਿਹੇ ਜਿਹੜੇ ਧਨੀ ਪੁਰਖ जिन्हां नूं धर्म की सब तो ज़्यादा समझ हुंदी आ, ਉਹੀ परमेश्वर के दर ते कबूल हुंदे आ। सो समा पा के इहो ਜਿਹੜੇ व्यक्ति है ना फिर उच्चियां डारियां ला के फिर उन्हां मंडलों के वासी बन जाते हैं जिन्हां मंडलों नूं कहंदे कोई भी जिहड़ा व्यक्ति हैगा दुनियादारी दा वो तां कहंदे कदी कल्पना विच भी सोच नहीं सकदा। क्यों ਜਿਹੜੇ ਦੁਨਿਆਵੀ ਲੋਕੀ ਆ इस दुनिया ਨੂੰ सच मन के ਇਹਦੇ ਝੂਠੇ जो सुख हैगे आ ਇਹਦੇ 'ਚ ਝੂਠੀ शानी शौकत हैगी उस ਨੂੰ ਕਹਿੰਦੇ ਅਸਲ ਸਮਝ ਬੈਠਦੇ ਆ, पर वो ये नहीं जानते कि असल ਦੇ ਵਿੱਚ जो सुख हैगा है ना वो केवल ਤੇ केवल भगती भाव ਦੇ ਵਿੱਚ है। सो दास ਇੰਨੀਆਂ ही आप जी ਦੇ ਨਾਲ ਗੁਰਮਤਿ ਦੀਆਂ ਵਿਚਾਰਾਂ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।